ਬਾਪ ਬੇਟਾ ਦੇ ਰੂਪਾਂ ਨਾਮ ਤੇ ਆਮੈਨ। ਸਭ ਭੈਣ ਭਰਾਵਾਂ ਨੂੰ ਯਿਸੂ ਮਸੀਹ ਦੀ ਸਲਾਮ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਫਿਰ ਅੱਜ ਦਾ ਦਿਨ ਤਾਂ ਦਸਮਤ ਹੈ ਕਿ ਅਸੀਂ ਸਭ ਭੈਣ ਭਰਾ ਮਿਲ ਕੇ ਪ੍ਰਭੂ ਦਾ ਧੰਨਵਾਦ ਕਰੀਏ, ਉਸ ਦੀ ਮਹਿਮਤ ਬੜੇ ਕਰੀਏ, ਪ੍ਰਭੂ ਦੇ ਪਿੱਤਰ ਚੰਨ ਕੇ ਦੁਆ ਕਰੀਏ, ਬੇਨਤੀਆਂ ਕਰੀਏ ਕਿ ਪ੍ਰਭੂ ਯਿਸੂ ਸਾਨੂੰ ਸਭ ਭੈਣ ਭਰਾਵਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੇਵੇ, ਅਕਲ ਬੁੱਧੀ ਗਿਆਨ ਦੇਵੇ ਕਿ ਅਸੀਂ ਪ੍ਰਭੂ ਦੇ ਵਚਨਾਂ ਨੂੰ ਪੜ੍ਹ ਕੇ ਚੰਗੀ ਤਰ੍ਹਾਂ ਸਮਝ ਸਕੀਏ। ਮੇਰੇ ਭੈਣ ਭਰਾਵੋ, ਇਹ ਜੋ ਹਫ਼ਤਾ ਕ੍ਰਿਸਮਸ ਦਾ ਚੱਲ ਰਿਹਾ ਹੈ, ਸ਼ਨੀਵਾਰ ਨੂੰ 25 ਤਰੀਕ ਨੂੰ ਕ੍ਰਿਸਮਸ ਹੈ। ਜੋ ਵੀ ਅਸੀਂ ਰੀਡਿੰਗ ਕਰ ਰਹੇ ਹਾਂ ਇਹ ਸਾਰੇ ਮਾਂ ਮਰੀਅਮ ਅਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਸੰਬੰਧਿਤ ਆ ਰਹੀਆਂ ਹਨ। ਜਿਸ ਤਰ੍ਹਾਂ ਅੱਜ ਯਸਾਇਆ ਨਬੀ ਦਾ ਗ੍ਰੰਥ ਚੈਪਟਰ 7 ਅਸੀਂ ਪੜ੍ਹਾਂਗੇ 10 ਤੋਂ 14 ਆਇਤਾਂ। Isaiah chapter 7 10 ਤੋਂ 14 ਆਇਤਾਂ। Isaiah chapter 7 verses 10 till 14, the maiden is with child. Emmanuel ਦਾ ਚਿੰਨ੍ਹ। ਤਦ ਪ੍ਰਭੂ ਨੇ ਯਸਾਇਆ ਨਬੀ ਦੇ ਦੁਆਰਾ ਰਾਜਾ ਆਹਾਜ਼ ਨੂੰ ਕਿਹਾ, ਤੂੰ ਧਰਤੀ ਦੇ ਹੇਠੋਂ ਪਤਾਲ ਵਿੱਚੋਂ ਜਾਂ ਆਕਾਸ਼ ਦੇ ਉੱਤੋਂ ਕਿਸੇ ਚਿੰਨ੍ਹ ਦੀ ਮੰਗ ਕਰ। ਰਾਜਾ ਆਹਾਜ਼ ਨੇ ਉੱਤਰ ਦਿੱਤਾ, ਮੈਂ ਕਿਸੇ ਚਿੰਨ੍ਹ ਦੀ ਮੰਗ ਨਹੀਂ ਕਰਾਂਗਾ, ਕਿਉਂਕਿ ਮੈਂ ਪ੍ਰਭੂ ਨੂੰ ਪਰਖਣਾ ਨਹੀਂ ਚਾਹੁੰਦਾ। ਤਦ ਯਸਾਇਆ ਨਬੀ ਨੇ ਕਿਹਾ, ਇਹ ਰਾਜਾ ਦਾਊਦ ਦੇ ਵੰਸ਼ ਸੁਣ, ਕੀ ਮਨੁੱਖ ਨੂੰ ਤੰਗ ਕਰ ਲੈਣਾ ਤੁਹਾਡੇ ਲਈ ਕਾਫੀ ਨਹੀਂ ਹੈ? ਫਿਰ ਕੀ ਤੁਸੀਂ ਪ੍ਰਭੂ ਨੂੰ ਵੀ ਤੰਗ ਕਰੋਗੇ? ਪਰ ਪ੍ਰਭੂ ਆਪ ਤੁਹਾਨੂੰ ਚਿੰਨ੍ਹ ਦੇਵੇਗਾ। ਇੱਕ ਜਵਾਨ ਔਰਤ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ, ਉਸ ਦਾ ਨਾਂ ਇਮਾਨੁਅਲ ਰੱਖੇਗੀ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸਭ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪਿਤਾ ਪਰਮੇਸ਼ਰ ਆਸ਼ੀਸ਼ ਬਰਕਤ ਦੇਵੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, ਪਰਮੇਸ਼ਰ ਨੇ ਯਸਾਇਆ ਨਬੀ ਦੇ ਰਾਹੀਂ ਰਾਜਾ ਆਹਾਜ਼ ਨੂੰ ਕਿਹਾ ਕਿਸੇ ਵੀ ਚੀਜ਼ ਦੀ ਮੰਗ ਕਰ ਸਕਦਾ, ਪਰ ਰਾਜਾ ਆਹਾਜ਼ ਨੇ ਕਿਹਾ, ਮੈਂ ਪ੍ਰਭੂ ਪਰਮੇਸ਼ਰ ਦਾ ਇਮਤਿਹਾਨ ਨਹੀਂ ਲੈਣਾ, ਜਾਨੀ ਉਸ ਦਾ ਟੈਸਟ ਨਹੀਂ ਲੈਣਾ। ਅਸਲ ਵਿੱਚ ਰਾਜਾ ਆਹਾਜ਼ ਇਹ ਜਾਣਨਾ ਨਹੀਂ ਚਾਹੁੰਦਾ ਸੀ ਕਿ ਪਰਮੇਸ਼ਰ ਉਸ ਨੂੰ ਕੀ ਕਹਿੰਦਾ ਹੈ। ਉਹ ਆਪਣੀ ਮਰਜ਼ੀ ਦੇ ਅਨੁਸਾਰ ਰਾਜ ਕਰਦਾ ਸੀ। ਕਈ ਵਾਰ ਅਸੀਂ ਵੀ ਪਰਮੇਸ਼ਰ ਦੇ ਪ੍ਰਸ਼ਨ ਨੂੰ ਸਮਝ ਨਹੀਂ ਸਕੇ। ਕਈ ਵਾਰ ਅਸੀਂ ਵੀ ਪਰਮੇਸ਼ਰ ਦੇ ਪ੍ਰਸ਼ਨ ਦੀ ਕੋਈ ਪਰਵਾਹ ਨਹੀਂ ਕਰਦੇ ਕਿ ਪਰਮੇਸ਼ਰ ਦਾ ਸਾਨੂੰ ਕੀ ਹੁਕਮ ਹੈ। ਸਾਨੂੰ ਪਰਮੇਸ਼ਰ ਨੂੰ ਸੁਣਨਾ ਹੈ, ਉਸ ਦੀ ਆਵਾਜ਼ ਨੂੰ ਸੁਣਨਾ ਹੈ, ਉਸ ਦੇ ਵਚਨ ਨੂੰ ਸੁਣਨਾ ਹੈ, ਉਸ ਦੇ ਆਗਿਆਕਾਰ ਬਣਨਾ ਹੈ। ਯਸਾਇਆ ਨਬੀ ਨੇ ਰਾਜਾ ਆਹਾਜ਼ ਨੂੰ ਕਿਹਾ, ਪਰਮੇਸ਼ਰ ਤੁਹਾਨੂੰ ਚਿੰਨ੍ਹ ਦੇਵੇਗਾ। ਇੱਕ ਜਵਾਨ ਔਰਤ ਭਾਵ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ, ਉਸ ਦਾ ਨਾਂ ਇਮਾਨੁਅਲ ਰੱਖੇਗੀ। ਇਸ ਦਾ ਭਾਵ ਕਿ ਪਰਮੇਸ਼ਰ ਸਾਡੇ ਨਾਲ ਹੈ। ਮੇਰੇ ਭੈਣ ਭਰਾਵੋ, ਇਸ ਦਾ ਭਾਵ ਕਿ ਮਾਂ ਮਰੀਅਮ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੇ ਬਾਰੇ ਇਹ ਸਭ ਵਚਨ ਯਸਾਇਆ ਨਬੀ ਦੇ ਰਾਹੀਂ ਕਹਿ ਗਏ ਹਨ, ਜਿਸ ਦੀ ਭਵਿੱਖਬਾਣੀ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ 5ਵੀਂ ਸਦੀ ਤੋਂ ਪਹਿਲਾਂ ਕੀਤੀ ਗਈ ਸੀ। ਕਈ ਵਾਰ ਪ੍ਰਭੂ ਪਰਮੇਸ਼ਰ ਆਪਣੇ ਦੂਤਾਂ ਰਾਹੀਂ ਆਪਣੇ ਵਫਾਦਾਰ ਵਿਸ਼ਵਾਸੀਆਂ ਨੂੰ ਆਉਣ ਵਾਲੇ ਸਮੇਂ ਬਾਰੇ ਦੱਸਦਾ ਹੈ। ਸਾਨੂੰ ਉਸ ਪਰ ਵਿਸ਼ਵਾਸ ਕਰਨਾ ਹੈ, ਉਸ ਦੇ ਵਚਨਾਂ ਤੋਂ ਹੁਕਮਾਂ ਦਾ ਕਹਿਣਾ ਮੰਨਣਾ ਹੈ। ਸੋ ਮੇਰੇ ਭੈਣ ਪ੍ਰਭੂ ਪਰਮੇਸ਼ਰ ਦੇ ਵਚਨਾਂ ਨੂੰ ਸੁਣਦੇ ਰਹੋ, ਪੜ੍ਹਦੇ ਰਹੋ। ਪ੍ਰਭੂ ਆਪ ਸਭ ਨੂੰ ਅਤੇ ਮੈਨੂੰ ਵੀ ਸਵਰਗ ਰਾਜ ਦੇ ਭਾਗੀ ਬਣਾਵੇ। ਆਮੀਨ। ਹਾਲੇਲੂਇਆ। ਥੈਂਕ ਯੂ ਪਿਤਾ ਪਰਮੇਸ਼ਰ। ਅਸੀਂ ਆਪਦਾ ਬਾਬਾ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਜੋ ਤੁਸੀਂ ਸਾਨੂੰ ਅੱਜ ਦੇ ਵਚਨ ਦਿੱਤੇ ਹਨ ਬੱਚੇ। ਥੈਂਕ ਯੂ ਜੀਸਸ। ਹਾਲੇਲੂਇਆ। ਮੇਰੇ ਭੈਣ ਭਰਾ, ਹੁਣ ਅਸੀਂ ਪੜ੍ਹਦੇ ਹਾਂ ਸੰਤ ਲੂਕਾ ਦੀ ਇੰਜੀਲ ਚੈਪਟਰ 1 26 ਤੋਂ 38 ਆਇਤਾਂ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਕ੍ਰਿਸਮਸ ਦਾ ਸਮਾਂ ਆ ਰਿਹਾ। ਸ਼ਨੀਵਾਰ ਨੂੰ 25 ਤਰੀਕ ਕ੍ਰਿਸਮਸ ਹੈ। ਇਸ ਤੋਂ ਪਹਿਲਾਂ ਜਿੰਨੀਆਂ ਵੀ ਰੀਡਿੰਗ ਅਸੀਂ ਪਾਠ ਪੜ੍ਹਾਂਗੇ ਇਹ ਸਾਰੇ ਮਾਂ ਮਰੀਅਮ ਦੇ ਪ੍ਰਭੂ ਯਿਸੂ ਦੇ ਜਨਮ ਦੇ ਸੰਬੰਧਿਤ ਦੱਸੇ ਗਏ ਹਨ। ਸੰਤ ਲੂਕਾ ਦੀ ਇੰਜੀਲ
ਚੈਪਟਰ 1 26 ਤੋਂ 38 ਤੱਕ ਪੜਾਂਗੇ। ਸੈਂਟ ਲੂਕ ਚੈਪਟਰ 1 verse 26 till 38. I am the handmaid of the Lord. ਪ੍ਰਭੂ ਯਿਸੂ ਦੇ ਜਨਮ ਦੀ ਸੂਚਨਾ। ਅਲਿਜ਼ਬeth ਨੂੰ ਗਰਭਵਤੀ ਹੋਇਆਂ 6 ਮਹੀਨੇ ਹੋ ਚੁੱਕੇ ਸਨ ਜਦੋਂ ਪਰਮੇਸ਼ਰ ਨੇ ਜਬਰਾਈਲ ਦੂਤ ਨੂੰ ਗਲੀਲ ਇਲਾਕੇ ਦੇ ਨਾਸਰਤ ਨਾਂ ਦੇ ਇੱਕ ਪਿੰਡ ਵਿੱਚ ਘੱਲਿਆ। ਜਬਰਾਈਲ ਦੂਤ ਮਰੀਅਮ ਨਾਂ ਦੇ ਇੱਕ ਕੁਆਰੀ ਕੋਲ ਗਿਆ। ਉਸ ਕੁਆਰੀ ਦੀ ਮੰਗਣੀ ਦਾਊਦ ਦੀ ਕੁਲ ਦੇ ਯੂਸਫ ਨਾਂ ਦੇ ਇੱਕ ਆਦਮੀ ਨਾਲ ਹੋਈ ਸੀ। ਦੂਤ ਨੇ ਅੰਦਰ ਜਾ ਕੇ ਮਰੀਅਮ ਨੂੰ ਆਖਿਆ, ਇਹ ਪ੍ਰਭੂ ਦੀ ਕਿਰਪਾ ਪਾਤਰ, ਪ੍ਰਭੂ ਦੀ ਜੈ ਹੋਵੇ, ਉਹ ਤੇਰੇ ਨਾਲ ਹੈ। ਮਰੀਅਮ ਇਹ ਸੁਣ ਕੇ ਘਬਰਾ ਗਈ ਅਤੇ ਮਨ ਵਿੱਚ ਸੋਚਣ ਲੱਗੀ, ਇਹ ਕਿਸ ਤਰ੍ਹਾਂ ਦਾ ਪ੍ਰਣਾਮ ਹੈ। ਦੂਤ ਨੇ ਮਰੀਅਮ ਨੂੰ ਕਿਹਾ, ਮਰੀਅਮ ਨਾ ਡਰ, ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ। ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਤੂੰ ਉਸ ਦਾ ਨਾਂ ਯਿਸੂ ਰੱਖਣਾ। ਉਹ ਮਹਾਨ ਹੋਵੇਗਾ, ਉਹ ਪਰਮੇਸ਼ਰ ਦਾ ਪੁੱਤਰ ਅਖਵਾਏਗਾ। ਪ੍ਰਭੂ ਪਰਮੇਸ਼ਰ ਉਸ ਦੇ ਪੁਰਖੇ ਦਾਊਦ ਦੀ ਰਾਜ ਗੱਦੀ ਉਸ ਨੂੰ ਦੇਵੇਗਾ। ਉਹ ਸਦਾ ਤੀਕਰ ਯਾਕੂਬ ਦੇ ਟੱਬਰ ਉੱਤੇ ਰਾਜ ਕਰੇਗਾ। ਉਸ ਦੇ ਰਾਜ ਦਾ ਅੰਤ ਨਹੀਂ ਹੋਵੇਗਾ। ਮਰੀਅਮ ਨੇ ਦੂਤ ਨੂੰ ਕਿਹਾ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਮੈਂ ਅਜੇ ਕੁਆਰੀ ਹਾਂ। ਦੂਤ ਨੇ ਉੱਤਰ ਦਿੱਤਾ, ਪਵਿੱਤਰ ਆਤਮਾ ਤੇਰੇ ਉੱਤੇ ਉਤਰੇਗਾ ਅਤੇ ਪਰਮੇਸ਼ਰ ਦੀ ਸ਼ਕਤੀ ਤੇਰੇ ਉੱਤੇ ਛਾਇਆ ਕਰੇਗੀ। ਇਸ ਲਈ ਜੋ ਪਵਿੱਤਰ ਬਾਲਕ ਤੇਰੇ ਤੋਂ ਪੈਦਾ ਹੋਵੇਗਾ ਪਰਮੇਸ਼ਰ ਦਾ ਪੁੱਤਰ ਅਖਵਾਏਗਾ। ਤੇਰੀ ਰਿਸ਼ਤੇਦਾਰ ਅਲਿਜ਼ਬeth ਵੀ ਆਪਣੇ ਬੁਢਾਪੇ ਵਿੱਚ ਗਰਭਵਤੀ ਹੈ। ਇਹ ਉਸ ਦਾ 6ਵਾਂ ਮਹੀਨਾ ਹੈ। ਉਹ ਵੀ ਇੱਕ ਪੁੱਤਰ ਨੂੰ ਜਨਮ ਦੇਵੇਗੀ। ਪਰਮੇਸ਼ਰ ਦੇ ਲਈ ਕੁਝ ਵੀ ਅਸੰਭਵ ਨਹੀਂ। ਮਰੀਅਮ ਨੇ ਕਿਹਾ, ਮੈਂ ਪਰਮੇਸ਼ਰ ਦੀ ਦਾਸੀ ਹਾਂ, ਜਿਸ ਤਰ੍ਹਾਂ ਤੁਸਾਂ ਨੇ ਕਿਹਾ ਹੈ ਮੇਰੇ ਨਾਲ ਉਸੇ ਤਰ੍ਹਾਂ ਹੋਏ। ਫਿਰ ਦੂਤ ਮਰੀਅਮ ਦੇ ਕੋਲੋਂ ਚਲਾ ਗਿਆ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਸ਼ ਬਰਕਤ ਦੇਵੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, ਜਬਰਾਈਲ ਦੂਤ ਕੇਵਲ ਜ਼ਕਰੀਆ ਅਤੇ ਮਾਂ ਮਰੀਅਮ ਨੂੰ ਦਿਖਾਈ ਨਹੀਂ ਦਿੱਤਾ, ਸਗੋਂ ਉਸਨੇ 500 ਸਾਲ ਤੋਂ ਪਹਿਲਾਂ ਜ਼ਿਆਦਾ ਦੇਰ ਪਹਿਲਾਂ ਦਾਨੀਅਲ ਨਬੀ ਨੂੰ ਵੀ ਦਰਸ਼ਨ ਦਿੱਤੇ ਸਨ। ਅਸੀਂ ਪੜ੍ਹ ਸਕਦੇ ਹਾਂ ਡੈਨੀਅਲ ਚੈਪਟਰ 8 verses 15 till 17, ਡੈਨੀਅਲ ਚੈਪਟਰ 9 verse 21, ਦਾਨੀਅਲ ਚੈਪਟਰ 8 15 ਤੋਂ 17, ਫਿਰ ਦਾਨੀਅਲ ਚੈਪਟਰ 9 1 ਆਇਤ। ਹਰ ਸਮੇਂ ਜਬਰਾਈਲ ਦੂਤ ਪਰਮੇਸ਼ਰ ਵੱਲੋਂ ਬਹੁਤ ਜ਼ਰੂਰੀ ਖਬਰ ਲੈ ਕੇ ਆਉਂਦਾ ਸੀ। ਮੇਰੇ ਭੈਣ ਭਰਾਵੋ, ਇਸ ਸਮੇਂ ਵੀ ਪਰਮੇਸ਼ਰ ਦੇ ਦੂਤ ਲੋਕਾਂ ਤੱਕ ਮੈਸੇਜ ਲੈ ਕੇ ਆਉਂਦੇ ਹਨ, ਜਿਵੇਂ ਕਿ ਸੰਤਰੀ ਮਾਟਰੀਜ਼ਾ ਵੀ ਇਸ ਸਮੇਂ ਪਰਮੇਸ਼ਰ ਵੱਲੋਂ ਲੋਕਾਂ ਲਈ ਮੈਸੇਜ ਲੈ ਕੇ ਆਉਂਦੀ ਹੈ। ਸਾਨੂੰ ਇਹ ਵਿਸ਼ਵਾਸ ਕਰਨਾ ਹੈ। ਨਾਸਰਤ ਨਗਰ ਮਾਂ ਮਰੀਅਮ ਅਤੇ ਸੰਤ ਯੂਸੁਫ ਦਾ ਆਪਣਾ ਨਿੱਜੀ ਨਗਰ ਸੀ, ਜਿੱਥੇ ਉਹ ਰਹਿੰਦੇ ਸਨ, ਤੇ ਯਰੂਸ਼ਲਮ ਸ਼ਹਿਰ ਤੋਂ ਬਹੁਤ ਦੂਰ ਹੈ। ਪ੍ਰਭੂ ਯਿਸੂ ਬੈਤਲਹਮ ਨਗਰ ਵਿੱਚ ਪੈਦਾ ਹੋਏ, ਪਰ ਨਾਸਰਤ ਨਗਰ ਵਿੱਚ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਤੇ ਵੱਡੇ ਹੋਏ। ਫਿਰ ਵੀ ਨਾਸਰਤ ਨਗਰ ਦੇ ਲੋਕਾਂ ਨੇ ਪ੍ਰਭੂ ਯਿਸੂ ਨੂੰ ਮਸੀਹ ਮੰਨਣ ਤੋਂ ਇਨਕਾਰ ਕਰ ਦਿੱਤਾ। ਮਾਂ ਮਰੀਅਮ ਆਪਣੇ ਸਮੇਂ ਦੇ ਲੋਕਾਂ ਵਿੱਚੋਂ ਇੱਕ ਗਰੀਬ, ਸੁੰਦਰ ਅਤੇ ਦੀਨ ਧਰਮੀ ਯਹੂਦੀ ਲੜਕੀ ਸੀ, ਪਰ ਪਰਮੇਸ਼ਰ ਨੇ ਉਸ ਨੂੰ ਆਗਿਆਕਾਰੀ ਦੇ ਮਹਾਨ ਮਹੱਤਵਪੂਰਨ ਕੰਮ ਕਰਨ ਲਈ ਚੁਣ ਲਿਆ। ਮੇਰੇ ਭੈਣ ਭਰਾਵੋ, ਪ੍ਰਭੂ ਪਰਮੇਸ਼ਰ ਆਪਣੀ ਇੱਛਾ ਪੂਰੀ ਕਰਨ ਦੇ ਲਈ ਸਾਨੂੰ ਕਿਸੇ ਨੂੰ ਵੀ ਚੁਣ ਸਕਦਾ ਹੈ। ਪਰਮੇਸ਼ਰ ਸਾਡੀ ਪੜ੍ਹਾਈ ਲਿਖਾਈ ਜਾਂ ਸੁੰਦਰਤਾ ਨੂੰ ਨਹੀਂ ਦੇਖਦਾ। ਪਰਮੇਸ਼ਰ ਸਾਡੇ ਆਗਿਆ ਮੰਨਣ ਵਾਲੇ ਦਿਲ ਨੂੰ ਦੇਖਦਾ ਹੈ। ਸਭ ਤੋਂ ਇੰਪੋਰਟੈਂਟ ਹੈ, ਸਭ ਤੋਂ ਜ਼ਰੂਰੀ ਹੈ ਕਿ ਸਾਨੂੰ ਉਸ ਉੱਪਰ ਵਿਸ਼ਵਾਸ ਕਰਨਾ, ਉਸ ਦੇ ਹੁਕਮਾਂ ਅਤੇ ਵਚਨਾਂ ਨੂੰ ਪੜ੍ਹਨਾ, ਸੁਣਨਾ ਅਤੇ ਉਹਨਾਂ ਅਨੁਸਾਰ ਕੰਮ ਕਰਨਾ ਹੈ। ਮਾਂ ਮਰੀਅਮ ਉੱਤੇ
ਪਰਮੇਸ਼ਰ ਦੀ ਬਲੈਸਿੰਗ ਸੀ, ਅਸੀਸ ਸੀ, ਬਰਕਤ ਸੀ ਕਿ ਉਹ ਮਸੀਹ ਦੀ ਮਾਂ ਬਣ ਕੇ ਮਾਣ ਨੂੰ ਪ੍ਰਾਪਤ ਕਰ ਸਕੇ। ਮਾਂ ਮਰੀਮ ਨੂੰ ਆਪਣੇ ਪੁੱਤਰ ਦੇ ਸਮੇਂ ਬਹੁਤ ਦੁੱਖ, ਮੁਸ਼ਕਲਾਂ, ਦਰਦ ਸਣੇ ਪਏ। ਇੱਥੋਂ ਤੱਕ ਕਿ ਯੂਸੁਫ ਵੀ ਉਸ ਨੂੰ ਤਲਾਕ ਦੇਣ ਦੇ ਲਈ ਜਾਂ ਯਹੂਦੀਆਂ ਦੇ ਨੇਮ ਦੇ ਅਨੁਸਾਰ ਮਾਂ ਮਰੀਮ ਨੂੰ ਪੱਥਰਾਂ ਨਾਲ ਮਾਰ ਦੇਣ ਦੇ ਲਈ ਸੋਚਦਾ ਸੀ ਕਿ ਮਾਂ ਮਰੀਮ ਵਿਆਹ ਤੋਂ ਪਹਿਲਾਂ ਗਰਭਵਤੀ ਕਿਸ ਤਰ੍ਹਾਂ ਹੋਈ ਹੈ, ਜਿਹੜਾ ਕਿ ਪੁਰਾਣੇ ਨਿਯਮ ਦੇ ਅਨੁਸਾਰ ਬਹੁਤ ਵੱਡਾ ਗੁਨਾਹ ਤੇ ਪਾਪ ਹੈ। ਇਹਨਾਂ ਘਟਨਾਵਾਂ ਤੋਂ ਬਾਅਦ ਮਾਂ ਮਰੀਮ ਦੇ ਪੁੱਤਰ ਯਿਸੂ ਦਾ ਮਸੀਹ ਤੋਂ ਇਨਕਾਰ ਕੀਤੇ ਜਾਣਾ ਅਤੇ ਉਸ ਦਾ ਦੁੱਖ ਭਰਿਆ ਕਤਲ ਕੀਤੇ ਜਾਣਾ ਸੀ। ਮਾਂ ਮਰੀਮ ਲਈ ਇਹ ਸਭ ਘਟਨਾਵਾਂ ਦੁਖਦਾਇਕ ਸੀ। ਉਸ ਦੇ ਪੁੱਤਰ ਦੁਆਰਾ ਸੰਸਾਰ ਲਈ ਮੁਕਤੀ ਦੀ ਉਮੀਦ ਆਉਣੀ ਸੀ। ਇਸੇ ਕਰਕੇ ਸਭ ਕੌਮਾਂ ਉਸ ਦੀ ਵਡਿਆਈ ਕਰਦੀਆਂ ਹਨ। ਸਭ ਕੌਮਾਂ, ਸਭ ਲੋਕ ਮਾਂ ਮਰੀਮ ਦੀ ਵਡਿਆਈ ਕਰਦੇ ਹਨ। ਮੇਰੇ ਭੈਣ ਭਰਾਵੋ, ਜਦੋਂ ਸਾਡੇ ਵਿੱਚੋਂ ਕਿਸੇ ਉੱਪਰ ਵੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਮਾਂ ਮਰੀਮ ਬਾਰੇ ਸੋਚੋ ਕਿ ਕਿਸ ਤਰ੍ਹਾਂ ਉਸਨੇ ਆਪਣੇ ਪੁੱਤਰ ਨੂੰ ਮਾਰ ਖਾਂਦੇ, ਸਲੀਬ ਉੱਪਰ ਮਰਦੇ ਹੋਏ ਆਪਣੀਆਂ ਅੱਖਾਂ ਨਾਲ ਦੇਖ ਕੇ ਸਹਿਣ ਕੀਤਾ। ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ is English we can say Jesus is the meaning है, is the power Joshua. Jesus named Joshua ਭਾਵ ਕਿ ਪਰਮੇਸ਼ਰ ਬਚਾਉਂਦਾ ਹੈ। ਯੋਸ਼ੂਆ ਨੇ ਮੂਸਾ ਤੋਂ ਬਾਅਦ ਇਸਰਾਏਲੀਆਂ ਦੀ ਵਾਅਦਾ ਕੀਤੀ ਹੋਈ ਧਰਤੀ ਉੱਤੇ ਆਉਣ ਲਈ ਅਗਵਾਈ ਕੀਤੀ। ਪ੍ਰੋਮਿਸ ਲੈਂਡ, ਯੋਸ਼ੂਆ ਨੇ ਮੂਸਾ ਤੋਂ ਬਾਅਦ ਇਸਰਾਏਲੀਆਂ ਦੀ ਪ੍ਰੋਮਿਸ ਲੈਂਡ ਉੱਤੇ ਆਉਣ ਦੇ ਲਈ ਅਗਵਾਈ ਕੀਤੀ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਯੋਸ਼ੂਆ chapter 1 verse 1 and 2। ਉਸੇ ਤਰ੍ਹਾਂ ਯਿਸੂ ਮਸੀਹ ਨੇ ਵੀ ਆਪਣੇ ਵਿਸ਼ਵਾਸੀਆਂ ਨੂੰ ਸਵਰਗ ਜੀਵਨ ਦੇਣ ਦੇ ਲਈ ਅਗਵਾਈ ਕਰਦਾ ਹੈ। ਹਰ ਬਿਮਾਰੀ ਨੂੰ ਠੀਕ ਕਰਦਾ, ਭੂਤਾਂ ਨੂੰ ਖਤਮ ਕਰਦਾ, ਮੁਰਦਿਆਂ ਨੂੰ ਕਬਰਾਂ ਵਿੱਚੋਂ ਬਾਹਰ ਕੱਢਦਾ ਅਤੇ ਪਾਪਾਂ ਨੂੰ ਮਾਫ ਕਰਦਾ ਹੈ। ਪੁਰਾਣੇ ਨਿਯਮ ਵਿੱਚ ਪਰਮੇਸ਼ਰ ਨੇ ਰਾਜਾ ਦਾਊਦ ਨੂੰ ਵਾਅਦਾ ਕੀਤਾ ਸੀ, ਪ੍ਰੋਮਿਸ ਕੀਤਾ ਸੀ ਕਿ ਤੇਰਾ ਰਾਜ ਕਦੀ ਖਤਮ ਨਹੀਂ ਹੋਵੇਗਾ, ਹਮੇਸ਼ਾ ਲਈ ਰਾਜ ਰਹੇਗਾ। ਅਸੀਂ ਪੜ੍ਹ ਸਕਦੇ ਹਾਂ 2 ਸੈਮੂਅਲ ਚੈਪਟਰ 7 ਦੀ 16 ਆਇਤ, 2 ਸੈਮੂਅਲ ਚੈਪਟਰ 7 ਵਰਸ 16। ਇਹ ਭਵਿੱਖਬਾਣੀ ਪ੍ਰਭੂ ਯਿਸੂ ਦੇ ਆਉਣ ਵਿੱਚ ਪੂਰੀ ਹੋਈ, ਕਿਉਂਕਿ ਪ੍ਰਭੂ ਯਿਸੂ ਰਾਜਾ ਦਾਊਦ ਦੀ ਵੰਸ਼ ਵਿੱਚੋਂ ਸੰਤਾਨ ਹੈ, ਜਿਸ ਦਾ ਰਾਜ ਕਦੀ ਖਤਮ ਨਹੀਂ ਹੋਵੇਗਾ। ਪ੍ਰਭੂ ਯਿਸੂ ਦਾ ਇੱਕ ਕੁਆਰੀ ਤੋਂ ਜਨਮ ਲੈਣਾ ਇੱਕ ਚਮਤਕਾਰ ਹੈ। ਬਹੁਤ ਸਾਰੇ ਲੋਕਾਂ ਨੂੰ ਵਿਸ਼ਵਾਸ ਵੀ ਨਹੀਂ ਹੁੰਦਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਮੇਰੇ ਭੈਣ ਭਰਾਵੋ, ਸੰਤ ਲੂਕ ਇੱਕ ਡਾਕਟਰ ਸੀ। ਉਸ ਨੂੰ ਪੂਰਾ ਪਤਾ ਸੀ ਬੱਚਾ ਕਿਸ ਤਰ੍ਹਾਂ ਪੈਦਾ ਹੁੰਦਾ ਹੈ। ਉਸ ਨੂੰ ਵੀ ਵਿਸ਼ਵਾਸ ਕਰਨ ਲਈ ਇੱਕ ਕੁਆਰੀ ਤੋਂ ਬੱਚਾ ਪੈਦਾ ਹੋਣਾ ਬਹੁਤ ਮੁਸ਼ਕਲ ਲੱਗਦੀ ਹੋਵੇਗੀ। ਫਿਰ ਵੀ ਉਸਨੇ ਸੱਚਾਈ ਪੇਸ਼ ਕੀਤੀ। ਉਸਨੇ ਆਪਣੀ ਅੱਖਾਂ ਨਾਲ ਇਹ ਦੇਖੀ ਹੋਈ ਗਵਾਹੀ ਦਿੱਤੀ। ਦੱਸਿਆ ਜਾਂਦਾ ਹੈ ਕਿ ਉਸਨੇ ਮਾਂ ਮਰੀਮ ਦੇ ਨਾਲ ਇਹਨਾਂ ਘਟਨਾਵਾਂ ਬਾਰੇ ਗੱਲਬਾਤ ਜ਼ਰੂਰ ਕੀਤੀ ਹੋਵੇਗੀ। ਵਿਸ਼ਵਾਸੀ ਯਹੂਦੀ ਅਤੇ ਗੈਰ ਯਹੂਦੀ ਜਿਹੜੇ ਪਰਮੇਸ਼ਰ ਦੀ ਪੂਜਾ ਕਰਦੇ ਹਨ, ਉਹ ਜਾਣਦੇ ਹਨ ਕਿ ਪਰਮੇਸ਼ਰ ਸਭ ਸ੍ਰਿਸ਼ਟੀ ਦਾ ਰਚਨਹਾਰ ਹੈ, ਜਿਸ ਦੇ ਕੋਲ ਇੱਕ ਕੁਆਰੀ ਦੀ ਕੁੱਖ ਤੋਂ ਬੱਚਾ ਪੈਦਾ ਕਰਨ ਲਈ ਬਹੁਤ ਸ਼ਕਤੀ ਹੈ। ਮੇਰੇ ਭੈਣ ਪ੍ਰਭੂ ਦਾ ਜਨਮ ਬਿਨਾਂ ਕਿਸੇ ਪਾਪ ਤੋਂ ਹੋਇਆ ਹੈ। ਪਾਪ ਜਿਹੜਾ ਆਦਮ ਤੇ ਹਵਾ ਰਾਹੀਂ ਇਸ ਸੰਸਾਰ ਵਿੱਚ ਆਇਆ ਹੈ। ਆਦਮ ਨੇ ਪਰਮੇਸ਼ਰ ਦੀ ਆਗਿਆ ਨਹੀਂ ਮੰਨੀ, ਪ੍ਰਭੂ ਯਿਸੂ ਨੇ ਪਰਮੇਸ਼ਰ ਦੀ ਆਗਿਆ ਮੰਨੀ, ਪਾਪ ਨੂੰ ਮਾਫ ਕਰਵਾ ਕੇ ਸਾਡਾ ਪਰਮੇਸ਼ਰ ਨਾਲ ਮੇਲ ਕਰਵਾਇਆ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਰੋਮਨਸ ਚੈਪਟਰ 5 ਵਰਸਸ 14 till 19।
रोम चैप्टर 5 14 ਤੋਂ 19 ਇੱਦਾਂ ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਨੂੰ ਪਾਪ ਰਹਿਤ ਹੋਣਾ ਜ਼ਰੂਰੀ ਸੀ। ਪ੍ਰਭੂ ਯਿਸੂ ਇੱਕ ਔਰਤ ਤੋਂ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਜੰਮਿਆ ਹੈ। ਉਹ ਮਨੁੱਖ ਵੀ ਸੀ ਅਤੇ ਪਰਮੇਸ਼ਰ ਦਾ ਪੁੱਤਰ ਭਾਵ ਆਪ ਖੁਦ ਪ੍ਰਭੂ ਪਰਮੇਸ਼ਰ ਸੀ ਤੇ ਹੈ ਵੀ। ਉਹ ਆਪ ਸਾਡੀਆਂ ਮਨੁੱਖੀ ਮੁਸ਼ਕਲਾਂ ਜ਼ਰੂਰਤਾਂ ਲੋੜਾਂ ਨੂੰ ਜਾਣਦਾ ਹੈ। ਅਸੀਂ ਪੜ੍ਹ ਸਕਦੇ ਹਾਂ ਇਬਰਾਨੀਆਂ ਚੈਪਟਰ 4 15 ਤੋਂ 16 ਇੱਦਾਂ, ਹੈਬਰੀ ਚੈਪਟਰ 4 ਵਰਸਸ 15 ਐਂਡ 16। ਉਹ ਪਰਮੇਸ਼ਰ ਹੈ, ਉਸ ਕੋਲ ਪਾਪ ਮਾਫ ਕਰਨ ਦਾ ਅਧਿਕਾਰ ਹੈ। ਅਸੀਂ ਪੜ੍ਹ ਸਕਦੇ ਹਾਂ ਕੋਲੋਸੀਅਨ ਚੈਪਟਰ 2 ਵਰਸਸ 13 till 15, ਕੋਲੋਸੀਆਂ ਦਾ ਖਤ ਚੈਪਟਰ 2 13 ਤੋਂ 15 ਇੱਦਾਂ। ਅਸੀਂ ਆਪਣੀਆਂ ਜ਼ਰੂਰਤਾਂ ਲੋੜਾਂ ਸਭ ਚਿੰਤਾਵਾਂ ਪ੍ਰਭੂ ਯਿਸੂ ਨੂੰ ਦੱਸ ਸਕਦੇ ਹਾਂ। ਉਸ ਕੋਲ ਹਰ ਇੱਕ ਦੀ ਮਦਦ ਕਰਨ ਦੀ ਸ਼ਕਤੀ ਹੈ। ਮੇਰੇ ਭੈਣ ਪ੍ਰਭੂ ਮਾਂ ਮਰੀਅਮ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਗਰਭਵਤੀ ਹੋਈ। ਉਸਨੇ ਦੂਤ ਨੂੰ ਕਿਹਾ, ਮੈਂ ਪਰਮੇਸ਼ਰ ਦੀ ਦਾਸੀ ਹਾਂ, ਜਿਸ ਤਰ੍ਹਾਂ ਤੁਸਾਂ ਕਿਹਾ ਹੈ ਮੇਰੇ ਨਾਲ ਉਸੇ ਤਰ੍ਹਾਂ ਹੋਵੇ। ਉਹ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨ ਵਿੱਚ ਉਸਦੀ ਸੇਵਾ ਕਰਨ ਲਈ ਮੰਨ ਗਈ। ਮੇਰੇ ਭੈਣ ਪ੍ਰਭੂ ਜਦੋਂ ਸਾਨੂੰ ਵੀ ਕਿਸੇ ਨੂੰ ਪ੍ਰਭੂ ਪਰਮੇਸ਼ਰ ਬੁਲਾਉਂਦਾ ਹੈ, ਉਸ ਸਮੇਂ ਪਰਮੇਸ਼ਰ ਦਾ ਹੁਕਮ ਮੰਨਣਾ ਹੈ, ਚਾਹੇ ਕੋਈ ਵੀ ਮੁਸ਼ਕਿਲ ਕਿਉਂ ਨਾ ਹੋਵੇ। ਮਾਂ ਮਰੀਅਮ ਮਨੁੱਖੀ ਨਾ ਹੋਣ ਵਾਲੀਆਂ ਘਟਨਾਵਾਂ ਹੁੰਦੇ ਹੋਏ ਵੀ ਬੱਚਾ ਪੈਦਾ ਕਰਨ ਲਈ ਮੰਨ ਗਈ। ਜਦ ਕਿ ਅਬਰਾਹਮ ਦੀ ਪਤਨੀ ਸਾਰਾ ਹੱਸ ਪਈ ਸੀ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਜੈਨਸਿਸ ਚੈਪਟਰ 18 ਵਰਸਸ 9 till 15, ਉਤਪਦਾ ਗ੍ਰੰਥ ਚੈਪਟਰ 18 9 ਤੋਂ 15 ਇੱਦਾਂ। ਜ਼ਕਰੀਆ ਨੇ ਜਬਰਾਇਲ ਦੂਤ ਦੇ ਮੈਸੇਜ ਉੱਪਰ ਸ਼ੱਕ ਕੀਤਾ। ਅਸੀਂ ਪੜ੍ਹ ਸਕਦੇ ਹਾਂ ਸੰਤ ਲੂਕਾ ਦੀ ਇੰਜੀਲ ਚੈਪਟਰ 1 ਦੇ 18, ਸੈਂਟ ਲੂਕ ਚੈਪਟਰ 1 ਵਰਸ 18। ਪਰਮੇਸ਼ਰ ਹਰ ਇੱਕ ਚੀਜ਼ ਇੰਪੋਸੀਬਲ ਤੋਂ ਪੋਸੀਬਲ ਕਰ ਸਕਦਾ ਹੈ, ਅਸੰਭਵ ਤੋਂ ਸੰਭਵ ਕਰ ਸਕਦਾ ਹੈ। ਮਾਂ ਮਰੀਅਮ ਵਾਂਗ ਸਾਨੂੰ ਵੀ ਪਰਮੇਸ਼ਰ ਦਾ ਹੁਕਮ ਦਿਲੋਂ ਖੁਸ਼ ਹੋ ਕੇ ਮੰਨਣਾ ਹੈ। ਮਾਂ ਮਰੀਅਮ ਪ੍ਰਭੂ ਯਿਸੂ ਦੀ ਮਾਂ, ਸਾਡੀ ਸਭ ਵਿਸ਼ਵਾਸੀਆਂ ਦੀ ਮਾਂ ਨੂੰ ਅਸੀਂ ਧੰਨ ਕਹਿਣਾ ਹੈ। ਉਸ ਦਾ ਧੰਨਵਾਦ ਕਰਦੇ ਹੋਏ ਅਸੀਂ ਉਸਨੂੰ, ਉਸ ਦੀ ਮਹਿਮਾ ਕਰਨੀ, ਵਡਿਆਈ ਵੀ ਕਰਨੀ ਹੈ। ਉਸ ਦਾ ਧੰਨਵਾਦ ਕਰਨਾ ਹੈ ਜਿਸ ਨੇ ਸਾਡੇ ਮੁਕਤੀਦਾਤੇ ਯਿਸੂ ਮਸੀਹ ਨੂੰ ਜਨਮ ਦਿੱਤਾ ਹੈ। ਅਸੀਂ ਉਸ ਦਾ ਧੰਨਵਾਦ ਕਰਨਾ, ਉਸ ਦੀ ਇੱਜ਼ਤ ਉਹ ਮਾਣ ਕਰਨਾ ਹੈ, ਪ੍ਰਭੂ ਦਾ ਧੰਨਵਾਦ ਕਰਨਾ ਹੈ, ਪਰਮੇਸ਼ਰ ਦਾ ਧੰਨਵਾਦ ਕਰਨਾ ਹੈ ਜਿਸ ਨੇ ਆਪ ਖੁਦ ਇਸ ਸੰਸਾਰ ਵਿੱਚ ਮਨੁੱਖ ਬਣ ਕੇ ਜਨਮ ਲਿਆ। ਸਾਡੇ ਦੁੱਖਾਂ, ਮੁਸ਼ਕਲਾਂ, ਪਾਪਾਂ, ਗੁਨਾਹਾਂ ਨੂੰ, ਅਪਰਾਧਾਂ ਨੂੰ ਮਾਫ ਕਰਵਾਉਣ ਦੇ ਲਈ ਨਵੀਂ ਜ਼ਿੰਦਗੀਆਂ ਦਿੱਤੀਆਂ, ਆਪਣਾ ਪਵਿੱਤਰ ਖੂਨ ਦਿੱਤਾ ਹੈ, ਸਾਡੇ ਗੁਨਾਹ ਮਾਫ ਕਰਕੇ ਸਾਨੂੰ ਨਵੀਆਂ ਜ਼ਿੰਦਗੀਆਂ ਬਖਸ਼ੀਆਂ। ਅਸੀਂ ਇਹਨਾਂ ਸਭ ਦੇ ਲਈ ਪ੍ਰਭੂ ਯਿਸੂ ਮਸੀਹ ਦਾ, ਪਿਤਾ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਪ੍ਰਭੂ ਯਿਸੂ, ਥੈਂਕ ਯੂ ਪਿਤਾ ਪਰਮੇਸ਼ਰ। ਅਸੀਂ ਆਪਦੇ ਇਹਨਾਂ ਵਚਨਾਂ ਦਾ ਜੋ ਤੁਸੀਂ ਸਾਨੂੰ ਅੱਜ ਦੇ ਵਚਨ ਤੇ ਹਨ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ। ਧੰਨਵਾਦ ਧੰਨਵਾਦ ਪ੍ਰਭੂ ਯਿਸੂ, ਥੈਂਕ ਯੂ ਜੀਸਸ। ਹਾਲੇਲੂਇਆ 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 ਪ੍ਰਭੂ ਯਿਸੂ, ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯਿਸੂ, ਥੈਂਕ ਯੂ ਜੀਸਸ। ਮੇਰੇ ਭੈਣ ਭਰਾਵੋ, ਸਮਾਂ ਬਹੁਤ ਘੱਟ ਹੋਣ ਦੇ ਕਾਰਨ ਅਸੀਂ ਸ਼ਾਰਟ ਪ੍ਰਾਰਥਨਾ ਕਰਦੇ ਹਾਂ। ਐ ਸਾਡੇ ਬਾਪ ਜੋ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਬਣਿਆ ਜਾਵੇ, ਤੇਰਾ ਰਾਜ ਜਾਵੇ, ਤੇਰੀ ਮਰਜ਼ੀ ਜਿਹੜੀ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਪੂਰੀ ਹੋਵੇ। ਸਾਡੇ ਰੋਜ਼ ਦੀ ਰੋਟੀ ਸਾਨੂੰ ਅੱਜ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਾਂ ਕਸੂਰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਬਾਦਸ਼ਾਹ ਕੁਦਰਤ ਤੇ ਜਲਾ ਸਦਾ ਤਾਂ ਹਮੇਸ਼ਾ ਆਪਦੇ ਹਨ। ਆਮੀਨ। ਮਾਂ ਮਰੀਅਮ, ਸੰਤ ਮਾਟਰੀਜ਼ਾ, ਸੰਤ ਯੂਸੁਫ, ਸੰਤ ਮਾਈਕਲ, ਸੰਤ ਜਬਰਾਇਲ, ਸੰਤ ਫਾਇਰ, ਸਾਰੇ ਸੰਤ ਅਤੇ ਫਰਿਸ਼ਤਿਆਂ ਨੂੰ ਅਸੀਂ ਸਿਫਾਰਿਸ਼ ਕਰਦੇ ਹਨ। ਜਿੰਨੇ ਵੀ ਸਾਡੇ ਭੈਣ ਭਰਾ ਘਰਾਂ ਵਿੱਚ ਬਿਮਾਰ ਹਨ,
ਪ੍ਰਭੂ ਯਿਸੂ ਦੇ ਅੱਗੇ ਦੁਆ ਕਰੋ, ਪ੍ਰਾਰਥਨਾ ਕਰੋ ਕਿ ਪ੍ਰਭੂ ਯਿਸੂ ਉਹਨਾਂ ਸਭ ਭੈਣਾਂ ਭਰਾਵਾਂ ਨੂੰ ਤੰਦਰੁਸਤੀ ਚੰਗਿਆਈ ਬਖਸ਼ੇ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯਿਸੂ, ਅਸੀਂ ਆਪ ਦਾ ਬਾਰ-ਬਾਰ ਧੰਨਵਾਦ ਕਰਦੇ ਹਾਂ। ਤੁਸੀਂ ਦਇਆਵਾਨ ਹੋ, ਕਿਰਪਾਲੂ ਹੋ ਪ੍ਰਭੂ ਜੀ, ਤੁਸੀਂ ਰਹਿਮ ਕਰਨ ਵਾਲੇ ਹੋ ਪ੍ਰਭੂ ਜੀ। ਪਲੀਜ਼ ਜਿੰਨੇ ਸਾਡੇ ਭੈਣ ਭਰਾ ਘਰਾਂ ਵਿੱਚ ਬਿਮਾਰ ਹਨ ਜਾਂ ਹੌਸਪੀਟਲ ਵਿੱਚ ਬਿਮਾਰ ਹਨ, ਜਿਹਨਾਂ ਭੈਣ ਭਰਾ ਨੂੰ ਸ਼ੂਗਰ ਦੀ ਬਿਮਾਰੀ, ਆਸਮਾ, ਕੈਂਸਰ, ਸੋ ਦੀ ਬਿਮਾਰੀਆਂ, ਪਲੀਜ਼ ਪ੍ਰਭੂ ਯਿਸੂ ਆਪਦੀ ਸ਼ਕਤੀ ਦੇ ਨਾਲ, ਆਪਦੇ ਪਿੱਤਰ ਨਾਲ ਛੂਹ ਕੇ ਉਹਨਾਂ ਨੂੰ ਤੰਦਰੁਸਤੀ ਚੰਗਾਈ ਬਖਸ਼ੋ ਪ੍ਰਭੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਮਾਂ ਮਰੀਮ, ਪ੍ਰਭੂ ਯਿਸੂ ਦੀ ਮਾਂ, ਸਾਡੀ ਮਾਂ ਇਹ ਮਾਂ ਮਰੀਮ। ਅਸੀਂ ਆਪਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਮੁਕਤੀਦਾਤਾ ਯਿਸੂ ਮਸੀਹ ਨੂੰ ਇਸ ਸੰਸਾਰ ਵਿੱਚ ਜਨਮ ਦਿੱਤਾ ਹੈ, ਜਿਸ ਨੇ ਸਾਡੇ ਲਈ ਦੁੱਖ ਸਹਿ, ਮੁਸ਼ਕਿਲ ਸੀ, ਪਵਿੱਤਰ ਖੂਨ ਦੀ ਕੁਰਬਾਨੀ ਦਿੱਤੀ ਹੈ, ਔਰ ਤੁਸੀਂ ਇਹ ਸਭ ਕੁਛ ਘਟਨਾਵਾਂ ਆਪਣੀਆਂ ਅੱਖਾਂ ਨਾਲ ਦੇਖੀਆਂ। ਇਹ ਮਾਂ ਮਰੀਮ, ਤੁਸੀਂ ਧੰਨ ਹੋ ਜਿਸ ਨੇ ਸਭ ਕੁਛ ਦੇਖ ਕੇ ਸਹਿਣ ਕੀਤਾ ਹੈ। ਤੇ ਇਸ ਵਕਤ ਅਸੀਂ ਵਿਸ਼ਵਾਸ ਕਰਦੇ ਹਾਂ ਤੁਸੀਂ ਆਪਦੇ ਪੁੱਤਰ ਯਿਸੂ ਮਸੀਹ ਦੇ ਕੋਲ ਹੋ। ਪ੍ਰਭੂ ਯਿਸੂ ਨੇ ਆਪ ਦਾ ਬਹੁਤ ਇੱਜ਼ਤ ਮਾਣ ਕੀਤਾ ਔਰ ਆਪਦੇ ਸਿਰ ਤੇ 12 ਤਾਰਿਆਂ ਦਾ ਤਾਜ ਰੱਖਿਆ ਹੈ, ਸਵਰਗ ਦੀ ਰਾਣੀ ਬਣਾਇਆ। ਆਮੀਨ, ਹਾਲੇਲੂਇਆ। ਥੈਂਕ ਯੂ ਮਾਂ ਮਰੀਮ, ਯਿਸੂ ਦੀ ਮਾਂ। ਥੈਂਕ ਯੂ। ਸਲਾਮੇ ਮਰੀਮ, ਫੈਨਾ ਭਰੀ ਖੁਦਾਵੰਦ ਤੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਾਨਾ ਨਾਲੇ ਤਾਨਾ ਤੇਰੇ ਪੇਟ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਦੀ ਦੁਆ ਕਰ ਹੁਣ ਤਾਂ ਸਾਡੀ ਮੌਤ ਦੇ ਵੇਲੇ। ਆਮੀਨ। ਬਾਪ, ਬੇਟਾ ਤੇ ਰੂਪਾ ਦੀ ਵਡਿਆਈ ਹੋਵੇ, ਜਿਹੜੀ ਮੁੱਢੋਂ ਸੇ ਹੁੰਦਾ ਹਮੇਸ਼ਾ ਹੋਵੇਗੀ। ਆਮੀਨ। ਐ ਮੇਰੇ ਨਿਤਮੇਵਾ ਯਿਸੂ, ਸਾਡੇ ਗੁਨਾਹ ਸਾਨੂੰ ਮਾਫ ਕਰ, ਨਰਕ ਦੀ ਅੱਗ ਤੋਂ ਸਾਨੂੰ ਬਚਾ, ਸਭ ਰੂਹਾਂ ਨੂੰ ਸਰਬ ਕੋਲ ਖਿੱਚ ਲੈ, ਖਾਸ ਕਰਕੇ ਉਹਨਾਂ ਤੇ ਰਹਿਮਤ ਦੇ ਬਹੁਤ ਲੋੜਵੰਦ ਹਨ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਦਇਆ ਤੇ ਸ਼ਾਂਤੀ, ਪਰਮੇਸ਼ਰ ਦਾ ਪਿਆਰ, ਪਵਿੱਤਰ ਆਤਮਾ ਦੀ ਸੰਗਤ ਸਾਡੇ ਸਭ ਭੈਣ ਭਰਾਵਾਂ ਦੇ ਨਾਲ ਹੋਵੇ। ਆਮੀਨ। ਗੋਡ ਬਲੈਸ ਯੂ। ਬਾਪ, ਬੇਟਾ ਤੇ ਰੂਪਾ ਦੇ ਨਾਮ ਤੇ। ਆਮੀਨ।